Okay, students, these are long questions of lesson number 2. So, first question is write a brief character sketch of Baldev. Baldev the character sketch लिखना है. Answer is Baldev belonged to a small tribal village. ਬਲਦੇਵ ਜਿਹੜਾ ਸੀ ਇੱਕ ਬਹੁਤ ਹੀ ਛੋਟੇ ਜਿਹੇ ਆਦੀਵਾਸੀ ਪਿੰਡ ਦਾ ਰਹਿਣ ਵਾਲਾ ਸੀ. He had small rice fields which could not fulfill the needs of his family. ਉਹਦੇ ਕੋਲ ਚੌਲਾਂ ਦੇ ਛੋਟੇ ਛੋਟੇ ਖੇਤ ਸਨ ਜਿਸ ਤੋਂ ਉਸਦੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਸਨ. So he started working as a ਖਲਾਸੀ at a small railway station. ਖਲਾਸੀ ਮੀਨਸ ਜਿਹੜੇ ਰੇਲਵੇ ਸਟੇਸ਼ਨ ਦੇ ਉੱਪਰ ਕੰਮ ਕਰਦੇ ਨੇ ਚੌਕੀਦਾਰੀ ਵਗੈਰਾ ਦਾ. ਇਸ ਲਈ ਉਹਨੇ ਕਿਉਂਕਿ ਰਾਈਸ ਫੀਲਡਸ ਦੇ ਨਾਲ ਉਹਦਾ ਨਹੀਂ ਗੁਜ਼ਾਰਾ ਹੋ ਰਿਹਾ ਸੀ, ਇਸ ਲਈ ਉਹਨੇ ਰੇਲਵੇ ਸਟੇਸ਼ਨ ਦੇ ਉੱਪਰ ਇੱਕ ਚੌਕੀਦਾਰ ਦੀ ਨੌਕਰੀ ਸ਼ੁਰੂ ਕਰ ਦਿੱਤੀ. ਦ ਸਟੇਸ਼ਨ ਹੈਡ ਅ ਥਿਕ ਫੋਰੈਸਟ ਐਟ ਇਟਸ ਬੈਕ. ਜਿਹੜਾ ਰੇਲਵੇ ਸਟੇਸ਼ਨ ਬਣਿਆ ਹੋਇਆ ਸੀ ਉਹਦੀ ਬੈਕ ਸਾਈਡ 'ਤੇ ਬਹੁਤ ਸੰਘਣਾ ਜੰਗਲ ਸੀ. ਨੈਕਸਟ ਟੂ ਦ ਸਟੇਸ਼ਨ there was a deep cutting that led to the tunnel. ਔਰ ਉਸ ਜਿਹੜਾ ਉਹ ਸਟੇਸ਼ਨ ਸੀ ਉਹਦੇ ਸਟੇਸ਼ਨ ਦੇ ਅੱਗੇ ਚਟਾਨਾਂ ਦੇ ਵਿਚਕਾਰ ਇੱਕ ਤੰਗ ਰਸਤਾ ਬਣਿਆ ਹੋਇਆ ਸੀ ਜੋ ਕਿ ਇੱਕ ਸੁਰੰਗ ਵੱਲ ਜਾਂਦਾ ਸੀ. ਬਲਦੇਵ's job was to give the signal whether the tunnel was clear or not. ਔਰ ਬਲਦੇਵ ਦਾ ਕੰਮ ਕੀ ਸੀ? ਇਹ ਸਿਗਨਲ ਦੇਣਾ ਕਿ ਜਿਹੜੀ ਟਨਲ ਆ ਸੁਰੰਗ ਆ ਉਹ ਸਾਫ਼ ਹੈ ਜਾਂ ਨਹੀਂ ਹੈ, ਰਸਤਾ ਮੀਨਸ ਕਲੀਅਰ ਹੈ ਜਾਂ ਨਹੀਂ ਹੈ. At night it was also his duty, ਔਰ ਰਾਤ ਨੂੰ ਵੀ ਉਹਦੀ ਇੱਕ ਡਿਊਟੀ ਹੁੰਦੀ ਸੀ, to see that the lamp at the signal post was burning and that the overland mail passed through safely. ਔਰ ਉਹਦੀ ਰਾਤ ਨੂੰ ਇਹ ਡਿਊਟੀ ਹੁੰਦੀ ਸੀ ਇਹ ਦੇਖਣਾ ਕਿ ਜਿਹੜਾ ਸਿਗਨਲ ਪੋਸਟ 'ਤੇ ਲੈਂਪ ਹੈ ਉਹ ਜਲ ਰਿਹਾ ਹੈ ਜਾਂ ਨਹੀਂ, ਔਰ ਦੂਸਰਾ ਜਿਹੜੀ ਮੇਲ ਆ ਰੇਲ ਆ ਜਿਹੜੀ ਉਹ ਉੱਥੋਂ ਸੇਫਲੀ ਸੁਰੱਖਿਅਤ ਜਿਹੜੀ ਆ ਉਹ ਉੱਥੋਂ ਲੰਘ ਰਹੀ ਆ ਜਾਂ ਨਹੀਂ. At night hours, the cutting and the entrance of the tunnel looked very horrible. ਔਰ ਰਾਤ ਦੇ ਸਮੇਂ 'ਤੇ ਉਹ ਜਿਹੜਾ ਤੰਗ ਰਸਤਾ ਸੀ, ਚਟਾਨਾਂ ਵਾਲਾ ਤੰਗ ਰਸਤਾ ਸੀ, ਔਰ ਜਿਹੜੀ ਜਿੱਥੇ ਸੁਰੰਗ ਦੇ ਜਿਹੜਾ ਮੇਨ ਐਂਟਰੈਂਸ ਸੀ ਸੁਰੰਗ ਦਾ ਉਹ ਬਹੁਤ ਹੀ ਭਿਆਨਕ ਨਜ਼ਰ ਆਉਂਦਾ ਹੁੰਦਾ ਸੀ. Moreover, it was supposed that the wild animals often came there. ਔਰ ਸਭ ਤੋਂ ਜ਼ਿਆਦਾ ਕੀ ਸੀ ਉੱਥੇ? ਇਹ ਡਰ ਸੀਗਾ ਕਿ ਉੱਥੇ ਜੰਗਲੀ ਜਾਨਵਰ ਵੀ ਜਿਹੜੇ ਨੇ ਉਹ ਆਉਂਦੇ ਨੇ. ਬਟ ਬਲਦੇਵ didn't believe in such stories. ਪਰ ਜਿਹੜਾ ਬਲਦੇਵ ਸੀ ਉਹ ਇੱਦਾਂ ਦੀਆਂ ਕਹਾਣੀਆਂ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ. He was not at all horrified. ਔਰ ਉਹ ਬਿਲਕੁਲ ਵੀ ਇੱਦਾਂ ਦੀਆਂ ਚੀਜ਼ਾਂ ਤੋਂ ਨਹੀਂ ਡਰਦਾ ਸੀ. He always carried an axe with him wherever he went. ਉਹ ਹਮੇਸ਼ਾ ਜਦੋਂ ਵੀ ਕਿਤੇ ਜਾਂਦਾ ਸੀ ਆਪਣੇ ਨਾਲ ਇੱਕ ਐਕਸ, ਇੱਕ ਕੁਹਾੜੀ ਜ਼ਰੂਰ ਰੱਖਦਾ ਸੀ. He prided himself in wielding it against animals. ਔਰ ਉਹਨੂੰ ਆਪਣੇ ਆਪ 'ਤੇ ਮਾਣ ਸੀ ਕਿ ਮੈਂ ਕੁਹਾੜੀ ਦਾ ਜਿਹੜਾ ਯੂਜ਼ ਆ ਉਹ ਵਾਈਲਡ ਐਨੀਮਲਸ ਦੇ ਅਗੇਂਸਟ ਜਿਹੜੇ ਜਾਨਵਰ ਆ ਉਹਨਾਂ ਦੇ ਵਿਰੁੱਧ ਮੈਂ ਵਧੀਆ ਇਸਤੇਮਾਲ ਜਿਹੜਾ ਉਹ ਕੁਹਾੜੀ ਦਾ ਕਰਦਾ ਆ. ਬਲਦੇਵ ਵਾਜ਼ ਵੈਰੀ ਬਰੇਵ ਐਂਡ ਕਰੇਜਸ. ਜਿਹੜਾ ਬਲਦੇਵ ਸੀ ਬਹੁਤ ਜ਼ਿਆਦਾ ਬਹਾਦੁਰ ਸੀ, ਬਹੁਤ ਜ਼ਿਆਦਾ ਉਤਸ਼ਾਹਿਤ ਇਨਸਾਨ ਸੀ. He was attacked by a tiger at the signal post. He didn't lost his courage. ਈਵਨ ਕਿ ਉਹਦੇ ਉੱਪਰ ਇੱਕ ਟਾਈਗਰ ਵੱਲੋਂ ਅਟੈਕ ਵੀ ਕੀਤਾ ਗਿਆ ਸਿਗਨਲ ਪੋਸਟ ਦੇ ਉੱਪਰ, ਪਰ ਉਹ ਬਿਲਕੁਲ ਵੀ ਨਹੀਂ ਘਬਰਾਇਆ. ਉਹਨੇ ਆਪਣਾ ਕਰੇਜ ਜਿਹੜਾ ਸੀ ਉਹ ਬਿਲਕੁਲ ਨਹੀਂ ਛੱਡਿਆ, ਹੌਸਲਾ ਨਹੀਂ ਛੱਡਿਆ. He faced the tiger bravely. ਉਹਨੇ ਉਸ ਟਾਈਗਰ ਦਾ ਪੂਰਾ ਤਰ੍ਹਾਂ ਬਹਾਦਰੀ ਦੇ ਨਾਲ ਉਹਦਾ ਮੁਕਾਬਲਾ ਕੀਤਾ. Though he himself was killed in that encounter, he injured the tiger also very badly with his axe. ਭਾਵੇਂ ਕਿ ਉਹ ਖੁਦ ਇਸ ਘਟਨਾ ਦੇ ਵਿੱਚ ਮਾਰਿਆ ਗਿਆ ਬਟ ਫਿਰ ਵੀ ਉਹਨੇ ਟਾਈਗਰ ਨੂੰ ਵੀ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਆਪਣੀ ਕੁਹਾੜੀ ਦੇ ਨਾਲ. ਐਂਡ ਦ ਟਾਈਗਰ ਟੂ ਕੁਡ ਨਾਟ ਸਰਵਾਈਵ ਲੌਂਗ. ਔਰ ਟਾਈਗਰ ਵੀ ਮਤਲਬ ਇੰਨਾ ਜ਼ਖਮੀ ਹੋ ਗਿਆ ਕਿ ਉਹ ਵੀ ਜ਼ਿਆਦਾ ਦੇਰ ਤੱਕ ਜ਼ਿੰਦਾ ਨਹੀਂ ਰਹਿ ਸਕਿਆ. ਬੀਇੰਗ ਬੈਡਲੀ ਵਾਊਂਡਿਡ ਹੀ ਕੁਡਨਟ ਗੈਟ ਆਊਟ ਆਫ ਦ ਵੇ ਵੈਨ ਦ ਟ੍ਰੇਨ ਅਰਾਈਵਡ ਦੇਅਰ. ਕਿਉਂਕਿ ਉਹ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ ਸੀ, ਇਸ ਲਈ ਜਦੋਂ ਟ੍ਰੇਨ ਆਉਂਦੀ ਹੈ ਤਾਂ ਉਹ ਬਿਲਕੁਲ ਵੀ ਉੱਥੋਂ ਉੱਠ ਨਹੀਂ ਪਾਉਂਦਾ ਰਸਤੇ 'ਚੋਂ. ਬਲਦੇਵ ਇੰਪ੍ਰੈਸ ਦ ਰੀਡਰ ਵਿਦ ਹਿਜ਼ ਹੀਰੋਇਜ਼ਮ. ਔਰ ਬਲਦੇਵ ਨੇ ਵਾਕਿਆ ਹੀ ਅਸਲੀ ਦੇ ਵਿੱਚ ਆਪਣੀ ਸ਼ੂਰਬੀਰਤਾ ਨਾਲ, ਆਪਣੀ ਬਹਾਦਰ ਦੇ ਨਾਲ ਜਿਹੜਾ ਪਾਠਕ ਆ, ਜਿਹੜਾ ਲਿਖਣ ਵਾਲਾ ਆ, ਉਹਨੂੰ ਵੀ ਇੰਪ੍ਰੈਸ ਕਰ ਦਿੱਤਾ. ਸੋ ਨੈਕਸਟ ਕੁਐਸਚਨ ਇਜ਼ ਡਿਸਕ੍ਰਾਈਬ ਬਲਦੇਵਸ ਐਨਕਾਊਂਟਰ ਵਿਦ ਦ tiger.
बलदेव और टाइगर की जो फाइट हुई सी वो जो एनकाउंटर होया सी वो डिस्क्राइब करना। One night, Baldev, as usual, went to the signal post to see that the lamp was burning. ਇੱਕ ਰਾਤ ਹਮੇਸ਼ਾ ਦੀ ਤਰ੍ਹਾਂ ਜਿਵੇਂ ਬਲਦੇਵ ਜਾਂਦਾ ਹੁੰਦਾ ਸੀ ਸਿਗਨਲ ਪੋਸਟ 'ਤੇ ਲੈਂਪ ਦੇਖਣ ਕਿ ਉਹ ਚੱਲ ਰਿਹਾ ਹੈ ਜਾਂ ਨਹੀਂ, ਇੱਕ ਰਾਤ ਉਹ ਸੇਮ ਉੱਦਾਂ ਹੀ ਸਿਗਨਲ ਪੋਸਟ 'ਤੇ ਲੈਂਪ ਦੇਖਣ ਵਾਸਤੇ ਗਿਆ। ਵੈਨ ਹੀ ਰੀਚ ਦੇਅਰ ਹੀ ਸੌ ਦੈਟ ਦ ਸਿਗਨਲ ਲਾਈਟ ਵਾਜ਼ ਆਊਟ। ਜਿਵੇਂ ਹੀ ਉਹ ਉੱਥੇ ਪਹੁੰਚਿਆ ਉਹਨੇ ਦੇਖਿਆ ਕਿ ਸਿਗਨਲ ਦੀ ਜਿਹੜੀ ਲਾਈਟ ਸੀ ਉਹ ਬੁਝੀ ਹੋਈ ਸੀ। ਹੀ ਅਗੇਨ ਲਾਈਟਡ ਦਾ ਲੈਂਪ ਐਂਡ ਸਟਾਰਟਿਡ ਵੇਟਿੰਗ ਫॉर ਦ ਟ੍ਰੇਨ। ਉਹਨੇ ਦੁਬਾਰਾ ਲੈਂਪ ਨੂੰ ਜਗਾ ਦਿੱਤਾ ਅਤੇ ਉੱਥੇ ਟ੍ਰੇਨ ਦੀ ਵੇਟ ਕਰਨ ਲੱਗਾ। ਜਸਟ ਦੈਨ ਹੀ ਹਰਡ ਅ ਲੋ ਗਰਨ। ਉਹਨੇ ਉਸੇ ਵੇਲੇ ਹੀ ਗੁਰਗੁਰਾਹਟ ਜਿਹੜੀ ਸੀ ਹਲਕੀਆਂ ਗੁਰਗੁਰਾਹਟ ਜਿਹੜੀ ਸੁਣੀ। ਹੀ ਅੰਡਰਸਟੂਡ ਦੈਟ ਅ ਟਾਈਗਰ ਵਾਜ਼ ਨੀਅਰ ਬਾਏ। ਔਰ ਉਹਨੂੰ ਉਦੋਂ ਹੀ ਅੰਦਾਜ਼ਾ ਹੋ ਗਿਆ ਕਿ ਕੋਈ ਟਾਈਗਰ ਜਿਹੜਾ ਉਹਦੇ ਨਜ਼ਦੀਕ ਹੈ। ਦੈਨ ਹੀ ਹਰਡ ਦ ਥੰਪ ਐਂਡ ਸੂਨ ਹੀ ਸੌ ਅ ਟਾਈਗਰ ਮੂਵਿੰਗ ਟੂਵਰਡਸ ਹਿਮ। ਫਿਰ ਉਹਨੇ ਇੱਕ ਬਹੁਤ ਵੱਡੀ ਆਵਾਜ਼ ਜਿਵੇਂ ਕੋਈ ਚੀਜ਼ ਬਹੁਤ ਵੱਡੀ ਚੀਜ਼ ਜਿਹੜੀ ਉਹ ਡਿੱਗੀ ਹੁੰਦੀ ਹੈ ਗਿਰੀ ਹੁੰਦੀ ਹੈ ਧੜਾਮ ਦੀ ਆਵਾਜ਼ ਉਹ ਸੁਣੀ ਔਰ ਉਹਨੇ ਫਿਰ ਇੱਕਦਮ ਹੀ ਦੇਖਿਆ ਕਿ ਇੱਕ ਟਾਈਗਰ ਜਿਹੜਾ ਉਹਦੇ ਵੱਲ ਨੂੰ ਆ ਰਿਹਾ ਸੀ। ਫਾਈਟ ਵਾਜ਼ ਇੰਪੋਸੀਬਲ ਐਟ ਦੈਟ ਟਾਈਮ। ਉਸ ਟਾਈਮ 'ਤੇ ਫਲਾਈਟ ਵਾਜ਼ ਇੰਪੋਸੀਬਲ ਐਟ ਦੈਟ ਟਾਈਮ। ਉਸ ਟਾਈਮ 'ਤੇ ਭੱਜਣਾ ਨਾਮੁਮਕਿਨ ਸੀ। ਬਲਦੇਵ ਗ੍ਰੈਸਪਡ ਹਿਜ਼ ਐਕਸ ਫਰਮਲੀ ਦੈਟ ਹੀ ਆਲਵੇਜ਼ ਕੈਰੀਡ ਵਿਦ ਹਿਮ। ਔਰ ਉਹਨੇ ਜਿਵੇਂ ਉਹ ਹਮੇਸ਼ਾ ਦੀ ਤਰ੍ਹਾਂ ਉਹ ਆਪਣੇ ਨਾਲ ਕੁਹਾੜੀ ਲੈ ਕੇ ਜਾਂਦਾ ਹੁੰਦਾ ਸੀ ਕੁਹਾੜੀ ਰੱਖਦਾ ਹੁੰਦਾ ਸੀ ਇੱਦਾਂ ਹੀ ਸੇਮ ਉਹਨੇ ਆਪਣੀ ਕੁਹਾੜੀ ਨੂੰ ਕੱਸ ਕੇ ਪਕੜ ਲਿਆ ਜਿਹੜੀ ਕਿ ਹਮੇਸ਼ਾ ਉਹਦੇ ਕੋਲ ਹੁੰਦੀ ਸੀ। ਸੂਨ ਦਾ ਟਾਈਗਰ ਰੀਚ ਦੇਅਰ ਐਂਡ ਅਟੈਕਡ ਬਲਦੇਵ ਵਿਦ ਹਿਜ਼ ਰਾਈਟ ਪॉ। ਔਰ ਟਾਈਗਰ ਜਿਹੜਾ ਸੀ ਬਹੁਤ ਜਲਦੀ ਉਹਦੇ ਕੋਲ ਪਹੁੰਚ ਗਿਆ ਅਤੇ ਉਹਨੇ ਆਪਣੇ ਸੱਜੇ ਪੰਜੇ ਦੇ ਨਾਲ ਬਲਦੇਵ ਦੇ ਉੱਤੇ ਵਾਰ ਕੀਤਾ। ਬਲਦੇਵ ਜੰਪਡ ਟੂ ਵਨ ਸਾਈਡ ਐਂਡ ਸੇਵਡ ਹਿਮਸੈਲਫ ਫਰੋਮ ਦਾ ਟਾਈਗਰਸ ਪॉ। ਬਲਦੇਵ ਨੇ ਇੱਕ ਸਾਈਡ ਦੇ ਉੱਪਰ ਛਲਾਂਗ ਲਗਾਈ ਅਤੇ ਆਪਣੇ ਆਪ ਨੂੰ ਉਹਦੇ ਹਮਲੇ ਤੋਂ ਬਚਾਇਆ। ਹੀ ਹਿਟ ਦ ਟਾਈਗਰਸ ਸ਼ੋਲਡਰ ਵਿਦ ਹਿਜ਼ ਐਕਸ। ਉਹਨੇ ਉਹਦੇ ਟਾਈਗਰ ਦਾ ਜਿਹੜਾ ਸ਼ੋਲਡਰ ਸੀ ਉਹਦੇ 'ਤੇ ਆਪਣੀ ਕੁਹਾੜੀ ਦੇ ਨਾਲ ਵਾਰ ਕੀਤਾ। ਦ ਟਾਈਗਰ ਰੋਅਰਡ ਲਾਊਡਲੀ ਵਿਦ ਪੇਨ। ਉਹ ਜਿਹੜੀ ਕੁਹਾੜੀ ਸੀ ਉਹ ਟਾਈਗਰ ਦੇ ਲੱਗੀ ਅਤੇ ਟਾਈਗਰ ਜਿਹੜਾ ਸੀ ਉਹ ਉਸ ਜ਼ਖਮ ਦੇ ਨਾਲ ਜ਼ਖਮ ਦੇ ਦਰਦ ਦੇ ਨਾਲ ਉੱਚੀ ਉੱਚੀ ਉਹਨੇ ਗੁਰਾਉਣਾ ਸ਼ੁਰੂ ਕਰ ਦਿੱਤਾ। ਬਲਦੇਵ ਅਗੇਨ ਥਰੂ ਹਿਜ਼ ਐਕਸ ਐਟ ਦਾ ਟਾਈਗਰ ਵਿਦ ਫੁੱਲ ਫੋਰਸ। ਦੁਬਾਰਾ ਫਿਰ ਬਲਦੇਵ ਨੇ ਆਪਣੀ ਜਿਹੜੀ ਕੁਹਾੜੀ ਸੀ ਉਹ ਟਾਈਗਰ ਦੇ ਉੱਪਰ ਪੂਰੇ ਜ਼ੋਰ ਦੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ। ਦਿਸ ਟਾਈਮ ਦਾ ਐਕਸ ਕੌਟ ਦਾ ਟਾਈਗਰ ਔਨ ਦਾ ਸ਼ੋਲਡਰ ਆਲਮੋਸਟ ਸਿਵਰਿੰਗ ਹਿਜ਼ ਲੈਗਸ। ਔਰ ਇਸ ਟਾਈਮ 'ਤੇ ਕੀ ਹੋਇਆ ਜਿਹੜੀ ਉਹਦੀ ਐਕਸ ਸੀ ਉਹ ਬਿਲਕੁਲ ਹੀ ਉਹਦੇ ਸ਼ੋਲਡਰ 'ਤੇ ਜਾ ਕੇ ਹਿੱਟ ਹੋਈ ਜਿਵੇਂ ਉਹਦੇ ਸ਼ੋਲਡਰ ਦੇ ਉੱਪਰ ਮਤਲਬ ਪੂਰੀ ਤਾਕਤ ਦੇ ਨਾਲ ਲੱਗੀ। ਆਲਮੋਸਟ ਸੀਵਰਿੰਗ ਹਿਜ਼ ਲੈਗਸ ਉਹਦੀਆਂ ਲੈਗਸ ਨੂੰ ਚੀਰਦੀ ਹੋਈ। ਅਨਲਕਲੀ ਦਾ ਐਕਸ ਗੋਟ ਸਟਕ ਇਨ ਦਾ ਬੋਨ ਆਫ ਦਾ ਟਾਈਗਰ। ਔਰ ਬਦਕਿਸਮਤੀ ਦੇ ਨਾਲ ਜਿਹੜੀ ਉਹ ਐਕਸ ਸੀ ਕੁਹਾੜੀ ਸੀ ਉਹ ਟਾਈਗਰ ਦੀ ਹੱਡੀ ਦੇ ਵਿੱਚ ਬੋਨ ਦੇ ਵਿੱਚ ਅਟਕ ਗਈ। ਨਾਓ ਬਲਦੇਵ ਹੈਡ ਨੋ ਵੈਪਨ। ਹੁਣ ਬਲਦੇਵ ਕੋਲ ਕੋਈ ਹਥਿਆਰ ਨਹੀਂ ਸੀ। ਦ ਟਾਈਗਰ ਸਪ੍ਰੈਂਗ ਅਪੋਨ ਹਿਮ ਐਂਡ ਟੋਰ ਹਿਮ ਟੂ ਪੀਸਿਸ ਇਨ ਅ ਫਿਊ ਮਿਨਟਸ। ਅਤੇ ਟਾਈਗਰ ਨੇ ਉਹਦੇ ਉੱਪਰ ਫਿਰ ਹਮਲਾ ਕਰ ਦਿੱਤਾ ਉੱਤੇ ਹਾਵੀ ਹੋ ਗਿਆ ਅਤੇ ਉਹਨੂੰ 2 ਪੀਸਿਸ ਦੇ ਵਿੱਚ ਕੁਝ ਮਿੰਟਾਂ ਵਿੱਚ ਹੀ ਉਹਨੂੰ 2 ਪੀਸਿਸ ਦੇ ਵਿੱਚ ਉਹਨੇ ਕਰ ਦਿੱਤਾ। ਦੈਨ ਦਾ ਟਾਈਗਰ ਸੈਟ ਡਾਊਨ ਐਂਡ ਸਟਾਰਟਡ ਲਿਕਿੰਗ ਹਿਜ਼ ਵਾਊਂਡ। ਫਿਰ ਟਾਈਗਰ ਜਿਹੜਾ ਸੀ ਉਹ ਬੈਠ ਗਿਆ ਅਤੇ ਆਪਣਾ ਜਿਹੜਾ ਜ਼ਖਮ ਉਹਦਾ ਸੀਗਾ ਉਹਨੂੰ ਲਿਕ ਕਰਨਾ ਸ਼ੁਰੂ ਕਰ ਦਿੱਤਾ। ਹੀ ਰੋਅਰਡ ਵਿਦ ਪੇਨ ਨਾਓ ਐਂਡ ਦੈਨ। ਉਹ ਵਾਰ-ਵਾਰ ਆਪਣੀ ਦਰਦ ਦੇ ਨਾਲ ਗੁਰਰਾ ਰਿਹਾ ਸੀ ਦਰਦ ਦੇ ਨਾਲ ਚੀਕ ਰਿਹਾ ਸੀ। ਹੀ ਕੁਡਨਟ ਨੋਟਿਸ ਦੈਟ ਦ ਟ੍ਰੇਨ ਵਾਜ਼ ਕਮਿੰਗ। ਔਰ ਆਪਣੇ ਦਰਦ ਦੇ ਵਿੱਚ ਉਹਨੇ ਇਹ ਵੀ ਨਹੀਂ ਧਿਆਨ ਦਿੱਤਾ ਕਿ ਟ੍ਰੇਨ ਜਿਹੜੀ ਉਹ ਆ ਰਹੀ ਸੀ। ਵੈਨ ਹੀ ਰਿਅਲਾਈਜ਼ਡ ਇਟ ਜਦੋਂ ਉਹਨੂੰ ਪਤਾ ਇਹ ਮਹਿਸੂਸ ਹੋਇਆ ਕਿ ਹਾਂ ਟ੍ਰੇਨ ਆ ਰਹੀ ਹੈ। ਹੀ ਟਰਾਈਡ ਟੂ ਰਨ ਔਨ ਹਿਜ਼ ਵਾਊਂਡਡ ਲੈਗ। ਉਹਨੇ ਆਪਣੀ ਜ਼ਖਮੀ ਲੱਤ ਦੇ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਬਟ ਇਟ ਵਾਜ਼ ਟੂ ਲੇਟ ਫॉर ਬਹੁਤ ਦੇਰ ਹੋ ਚੁੱਕੀ ਸੀ। ਐਂਡ ਦਾ ਟਾਈਗਰ ਟੂ ਵਾਜ਼ ਕਟ ਇਨ ਹਾਫ ਬਾਈ ਦਾ ਇੰਜਨ। ਔਰ ਜਿਹੜਾ ਟਾਈਗਰ ਸੀ ਉਹ ਵੀ ਇੰਜਨ ਦੇ ਨਾਲ 2 ਹਿੱਸਿਆਂ ਦੇ ਵਿੱਚ ਕੱਟ ਹੋ ਗਿਆ। ਸੋ ਥੀਜ਼ ਆਰ 2 ਲੌਂਗ ਕੁਐਸਚਨਸ ਲਰਨ ਐਂਡ ਰਾਈਟ these long questions.